Good afternoon, students. Today we are going to revise the next topic, that is the partnership deed. So partnership deed ਕੀ ਹੁੰਦੀ ਆ? ਇੱਕ written contract between the partners. Means ਜਿਹੜਾ contract ਆ ਉਹ oral ਵੀ ਹੋ ਸਕਦਾ ਹੈ, written ਵੀ ਹੋ ਸਕਦਾ ਆ, ਬਟ ਆਪਣੇ ਇੱਕ future evidence ਲਈ, safety ਲਈ ਸਾਰੇ partners ਇਹੀ ਡਿਸਾਈਡ ਕਰਦੇ ਆ ਕਿ ਜਿਹੜਾ contract ਆ ਉਹ written form 'ਚ ਹੋਣਾ ਚਾਹੀਦਾ ਹੈ, ਤੇ ਉਸ written contract ਨੂੰ partnership deed ਬੋਲਿਆ ਜਾਂਦਾ ਆ. So partnership is established by an agreement which may be oral or in writing. Oral च भी हो सकता है, in writing भी हो सकता है, but it is always better to have the agreement in writing to avoid any dispute. कि partners ਵਿੱਚ आपस 'ਚ कोई dispute ना होए, इस करके better यही आ कि ਜਿਹੜਾ deed आ ਉਹ written form ਵਿੱਚ होए. The document containing the agreement in writing among the partner is called partnership deed. Man ਹੁਣ ਤੁਹਾਨੂੰ ਕੋਈ definition ਪੁੱਛੀ ਜਾਂਦੀ ਹੈ partnership deed ਦੀ, then you will write the document containing the agreement in writing among the partners. ਜਿਹੜੇ document ਦੇ ਵਿੱਚ partners ਵਿੱਚ ਕੀ agreement ਹੋਇਆ ਆ ਉਹ written form ਵਿੱਚ ਹੁੰਦਾ ਆ, ਉਹਨੂੰ ਅਸੀਂ partnership deed ਬੋਲਦੇ ਆ. Now the contents of the partnership deed. Partnership deed ਵਿੱਚ ਕੀ ਮੈਂਸ਼ਨ ਕਰਨਾ ਹੁੰਦਾ ਆ? ਫਰਸਟ ਨੇਮ ਆਫ ਦਾ ਫਰਮ, ਤੁਸੀਂ ਜਿਹੜੀ ਵੀ ਫਰਮ ਆਪਣੀ ਰਨ ਕਰ ਰਹੇ ਹੋ ਉਸ ਫਰਮ ਦਾ ਨੇਮ ਕੀ ਆ, ਇੰਸਟੀਟਿਊਸ਼ਨ ਦਾ ਨੇਮ ਕੀ ਆ, ਉਹ ਲਿਖਣਾ ਜ਼ਰੂਰੀ ਆ. ਸੈਕਿੰਡ, ਨੇਮ ਐਂਡ ਐਡਰੈਸ ਆਫ ਆਲ ਦਾ ਪਾਰਟਨਰ, ਜਿੰਨੇ ਵੀ ਪਾਰਟਨਰਸ ਤੁਹਾਡੇ ਪਾਰਟਨਰਸ਼ਿਪ ਬਿਜ਼ਨਸ ਫਰਮ ਦੇ ਵਿੱਚ ਵਰਕ ਕਰ ਰਹੇ ਆ ਉਹਨਾਂ ਸਾਰਿਆਂ ਦਾ ਨੇਮ ਪਤਾ ਹੋਣਾ ਚਾਹੀਦਾ, ਐਡਰੈਸ ਮੈਂਸ਼ਨ ਹੋਣਾ ਚਾਹੀਦਾ ਆ. ਨੈਕਸਟ ਇਜ਼ ਦੀ ਨੇਚਰ ਐਂਡ ਪਲੇਸ ਆਫ ਦਾ ਬਿਜ਼ਨਸ, ਕਿਸ ਟਾਈਪ ਦਾ ਬਿਜ਼ਨਸ ਤੁਸੀਂ ਰਨ ਕਰ ਰਹੇ ਹੋ, ਮੀਨਸ ਕਿ ਕੋਈ ਸਟੇਸ਼ਨਰੀ ਬਿਜ਼ਨਸ ਆ, ਕੋਈ ਕਲੋਥ ਬਿਜ਼ਨਸ ਆ, ਕੋਈ ਸ਼ੂ ਦਾ ਬਿਜ਼ਨਸ ਆ, ਜਾਂ ਫਿਰ ਐਨੀਥਿੰਗ ਐਲਸ, ਮਤਲਬ ਕਿਸ ਟਾਈਪ ਆਫ ਪ੍ਰੋਡਕਟ ਦਾ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ, ਉਸ ਬਿਜ਼ਨਸ ਦਾ ਨੇਚਰ ਐਂਡ ਪਲੱਸ ਉਸ ਬਿਜ਼ਨਸ ਦੀ ਪਲੇਸ, ਦੋਵੇਂ ਚੀਜ਼ਾਂ ਮੈਂਸ਼ਨ ਹੋਣੀ ਚਾਹੀਦੀਆਂ ਆ. ਨੈਕਸਟ ਇਜ਼ ਦੀ ਡੇਟ ਆਫ ਕਮੈਂਸਮੈਂਟ ਆਫ ਪਾਰਟਨਰਸ਼ਿਪ. ਕਮੈਂਸਮੈਂਟ ਆਫ ਪਾਰਟਨਰਸ਼ਿਪ ਮੀਨਸ ਕਿਹੜੀ ਡੇਟ ਨੂੰ ਤੁਸੀਂ ਪਾਰਟਨਰਸ਼ਿਪ ਬਿਜ਼ਨਸ ਆਪਣਾ ਸਟਾਰਟ ਕੀਤਾ ਸੀਗਾ, ਸੋ ਉਹ ਡੇਟ ਜਿਹੜੀ ਆ ਉਹ ਮੈਂਸ਼ਨ ਹੋਣੀ ਚਾਹੀਦੀ ਆ. ਡਿਊਰੇਸ਼ਨ ਆਫ ਪਾਰਟਨਰਸ਼ਿਪ ਇਫ ਐਨੀ, ਕਿੰਨੇ ਸਾਲ ਲਈ ਤੁਸੀਂ ਆਪਣਾ ਪਾਰਟਨਰਸ਼ਿਪ ਬਿਜ਼ਨਸ ਜਿਹੜਾ ਆ ਰਨ ਕਰ ਰਹੇ ਹੋ ਸਕਦਾ ਤੁਸੀਂ 5 ਸਾਲ ਲਈ ਆਪਣਾ ਬਿਜ਼ਨਸ ਸਟਾਰਟ ਕਰੋ, ਹੋ ਸਕਦਾ ਤੁਸੀਂ 10 ਸਾਲ ਲਈ ਕਰੋ. ਸੋ ਜਿੰਨੀ ਵੀ ਡਿਊਰੇਸ਼ਨ ਤੁਸੀਂ ਡਿਸਾਈਡ ਕੀਤੀ ਆ ਉਹ ਇੱਕ ਤੁਹਾਡੇ ਰਿਟਨ ਐਗਰੀਮੈਂਟ ਦੇ ਵਿੱਚ ਮੈਂਸ਼ਨ ਹੋਣੀ ਚਾਹੀਦੀ ਆ. ਨੈਕਸਟ ਇਜ਼ ਦੀ ਕੈਪੀਟਲ ਕੰਟਰੀਬਿਊਸ਼ਨ ਬਾਏ ਦਾ ਪਾਰਟਨਰਸ. ਹੁਣ ਹਰ ਇੱਕ ਪਾਰਟਨਰ ਨੇ ਕਿੰਨਾ ਕੈਪੀਟਲ ਕੰਟਰੀਬਿਊਟ ਕੀਤਾ ਆ, ਉਹ ਕੈਪੀਟਲ ਉਹਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਆ ਕਿ ਹਾਂ ਇਹ 40,000 ਆ ਪਾਰਟਨਰ ਲੈ ਕੇ ਆਇਆ ਆ, 50,000 ਦੂਜੇ ਪਾਰਟਨਰ ਨੇ ਕੰਟਰੀਬਿਊਟ ਕੀਤਾ ਆ, ਤਾਂ ਕਿ ਅਗਰ ਇਨ ਕੇਸ ਫਿਊਚਰ ਵਿੱਚ ਆਪਸ ਵਿੱਚ ਉਹਨਾਂ 'ਚ ਕੋਈ ਡਿਸਪਿਊਟ ਹੁੰਦਾ ਵੀ ਆ ਅਤੇ ਕੋਈ ਥਰਡ ਪਾਰਟੀ ਆ ਕੇ ਉਹਨਾਂ ਦਾ ਸੈਟਲਮੈਂਟ ਕਰਵਾ ਸਕੇ. ਨੈਕਸਟ ਇਜ਼ ਦੀ ਅਮਾਊਂਟ ਦੈਟ ਕੈਨ ਬੀ ਵਿਡਰਾਉਨ ਬਾਈ ਈਚ ਪਾਰਟਨਰ. ਅਤੇ ਇੱਕ ਪਾਰਟਨਰ ਪਾਰਟਨਰਸ਼ਿਪ ਫਰਮ ਦੇ ਵਿੱਚੋਂ ਕੋਈ ਪੈਸਾ ਵਿਡਰਾਅ ਕਰਵਾ ਸਕਦਾ ਹੈ ਕਿ ਨਹੀਂ ਕਰਵਾ ਸਕਦਾ, ਉਹ ਵੀ ਉਹਦੇ 'ਚ ਮੈਂਸ਼ਨ ਹੋਣਾ ਚਾਹੀਦਾ ਹੈ ਕਿੰਨੀ ਲਿਮਿਟ ਤੱਕ ਪੈਸਾ ਤੁਸੀਂ ਵਿਡਰਾਅ ਕਰਵਾ ਸਕਦੇ ਹੋ, ਕਢਵਾ ਸਕਦੇ ਹੋ. ਰੂਲਸ ਰਿਗਾਰਡਿੰਗ ਆਪਰੇਸ਼ਨ ਆਫ ਬੈਂਕ ਅਕਾਊਂਟ, ਪਲੱਸ ਅਗਰ ਬੈਂਕ ਅਕਾਊਂਟ ਮਤਲਬ ਬੈਂਕ ਵਿੱਚ ਤੁਹਾਡਾ ਕੋਈ ਪਾਰਟਨਰਸ਼ਿਪ ਫਰਮ ਦਾ ਅਕਾਊਂਟ ਆ ਅਤੇ ਉਹਨੂੰ ਕਿੱਦਾਂ ਮੈਨੇਜ ਕਰੋਗੇ, ਕੀ ਰੂਲਸ ਨੇ, ਉਹ ਵੀ ਐਡ ਹੋਣੇ ਚਾਹੀਦੇ ਆ. ਡਿਵੀਜ਼ਨ ਆਫ ਪ੍ਰੋਫਿਟ ਔਰ ਲੋਸਿਸ, ਜਿਹੜਾ ਕਿ ਮੇਨ ਪੁਆਇੰਟ ਆ ਕਿ ਤੁਹਾਡੇ ਪਾਰਟਨਰਸ਼ਿਪ ਫਰਮ ਦੇ ਵਿੱਚ ਤੁਸੀਂ ਪਾਰਟਨਰਸ ਨੇ ਆਪਸ ਦੇ ਵਿੱਚ ਕੀ ਡਿਸਾਈਡ ਕੀਤਾ ਕਿ ਕਿਹੜੀ ਰੇਸ਼ੋ ਦੇ ਵਿੱਚ ਤੁਸੀਂ ਆਪਣੀ ਫਰਮ ਦਾ ਪ੍ਰੋਫਿਟ ਸ਼ੇਅਰ ਕਰੋਗੇ. ਸੋ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਮੈਂਸ਼ਨ ਹੋਣਾ ਚਾਹੀਦਾ ਆ. ਇੰਟਰਸਟ ਔਨ ਕੈਪੀਟਲ ਔਰ ਡਰਾਇੰਗਸ ਇਫ ਐਨੀ, ਹੁਣ ਪਾਰਟਨਰ ਕੈਪੀਟਲ ਕੰਟਰੀਬਿਊਟ ਕਰਦੇ ਆ ਅਤੇ ਉਹਨਾਂ ਨੂੰ ਇੰਟਰਸਟ ਮਿਲਦਾ ਆ, ਸੋ ਕਿੰਨਾ ਇੰਟਰਸਟ ਨੂੰ ਕੈਪੀਟਲ ਦੇਣਾ ਆ ਉਹ ਵੀ ਮੈਂਸ਼ਨ ਹੋਣਾ ਚਾਹੀਦਾ ਆ. ਪਲੱਸ ਅਗਰ ਕੋਈ ਪਾਰਟਨਰ ਵਿਡਰਾਅ ਪੈਸਾ ਕਢਵਾ ਰਿਹਾ ਆ ਫਰਮ ਦੇ ਵਿੱਚੋਂ ਅਤੇ ਤੁਸੀਂ ਉਹਦੇ ਕੋਲੋਂ ਕਿੰਨਾ ਇੰਟਰਸਟ ਔਨ ਡਰਾਇੰਗ ਚਾਰਜ ਕਰੋਗੇ, ਉਹ ਵੀ ਮੈਂਸ਼ਨ ਹੋਣਾ ਚਾਹੀਦਾ ਆ. ਇੰਟਰਸਟ ਔਨ ਪਾਰਟਨਰਸ ਲੋਨ ਟੂ ਦੀ ਫਰਮ, ਇਨ ਕੇਸ ਅਗਰ ਪਾਰਟਨਰ ਨੇ ਕੋਈ ਲੋਨ ਵਗੈਰਾ ਪ੍ਰੋਵਾਈਡ ਕੀਤਾ ਆ ਅਤੇ ਉਹਦੇ 'ਤੇ ਇੰਟਰਸਟ ਕਿੰਨਾ ਮਿਲੇਗਾ, ਉਹ ਵੀ ਮੈਂਸ਼ਨ ਹੋਣਾ ਚਾਹੀਦਾ ਆ. ਸੈਲਰੀ ਕਮਿਸ਼ਨ ਐਕਸੈਕਟਰਾ ਇਫ ਪੇਬਲ ਟੂ ਐਨੀ ਪਾਰਟਨਰ, ਅਗਰ ਕਿਸੇ ਪਾਰਟਨਰ ਨੂੰ ਤੁਸੀਂ ਕੋਈ ਕਮਿਸ਼ਨ ਜਾਂ ਕੋਈ ਸੈਲਰੀ ਪੇ ਕਰ ਰਹੇ ਹੋ ਅਤੇ ਉਹ ਵੀ ਪਾਰਟਨਰਸ਼ਿਪ ਡੀਡ ਵਿੱਚ ਲਿਖੋਗੇ. ਡਿਟੇਲਸ ਆਫ ਡਿਵੀਜ਼ਨ ਆਫ ਵਰਕ ਅਮੰਗ ਦੀ ਪਾਰਟਨਰ, ਹੁਣ ਪਾਰਟਨਰਸ ਆਪਸ ਵਿੱਚ ਰਲ ਕੇ ਕੰਮ ਕਿੱਦਾਂ ਕਰਨਗੇ, ਕਿਹੜਾ ਵਰਕ ਅਸਾਈਨ ਹੋਇਆ ਹੈ ਪਾਰਟਨਰ ਨੂੰ, ਉਹ ਵੀ ਉਹਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਤਾਂ ਕਿ ਕੱਲ੍ਹ ਨੂੰ ਕੋਈ ਪਾਰਟਨਰ ਆਪਸ ਵਿੱਚ ਕੋਈ ਬਹਿਸ ਨਾ ਹੋਵੇ ਕਿ ਹਾਂ ਇਹ ਕੰਮ ਮੈਂ ਕਿਉਂ ਕਰਾਂ, ਕਿਉਂਕਿ ਜੇ ਵਰਕ ਪਹਿਲਾਂ ਤੋਂ ਹੀ ਅਸਾਈਨ ਹੋਏਗਾ ਦੈਨ ਪਾਰਟਨਰਸ ਆਪਣੀ ਰਿਸਪੋਂਸੀਬਿਲਿਟੀ ਫੁਲਫਿਲ ਕਰਨਗੇ. ਅਸਰਟੇਨਮੈਂਟ ਆਫ ਗੁੱਡਵਿਲ, ਨਾਓ ਜਦੋਂ ਕੋਈ ਪਾਰਟਨਰ ਐਡਮਿਟ ਹੁੰਦਾ ਹੈ ਜਾਂ ਕਿਸੇ ਪਾਰਟਨਰ ਦੀ ਰਿਟਾਇਰਮੈਂਟ ਹੁੰਦੀ ਹੈ ਜਾਂ ਕਿਸੇ ਪਾਰਟਨਰ ਦੀ ਡੈਥ ਹੁੰਦੀ ਆ, ਉਸ ਸਿਚੁਏਸ਼ਨ ਦੇ ਵਿੱਚ ਪਾਰਟਨਰਸ਼ਿਪ ਫਰਮ ਦੀ ਗੁੱਡਵਿਲ ਜਿਹੜੀ ਹੈ ਕੈਲਕੂਲੇਟ ਕੀਤੀ ਜਾਂਦੀ ਹੈ. ਗੁੱਡਵਿਲ ਇਨ ਦਾ ਫਾਰਮ ਆਫ ਕੈਸ਼ ਹੁੰਦੀ ਆ ਅਤੇ ਉਹਦਾ ਕੈਲਕੂਲੇਸ਼ਨ ਕਿੱਦਾਂ ਹੋਣਾ ਆ ਉਹ ਵੀ ਮੈਂਸ਼ਨ ਕੀਤਾ ਜਾਂਦਾ ਆ. ਸੈਟਲਮੈਂਟ ਆਫ ਅਕਾਊਂਟ ਮੀਨਸ ਕਿ ਅਗਰ ਕੋਈ ਪਾਰਟਨਰ ਇਨ ਬਿਟਵੀਨ ਕੋਈ ਰਿਟਾਇਰ ਜਾਂ ਕਿਸੇ ਪਾਰਟਨਰ ਦੀ ਡੈਥ ਹੋ ਜਾਂਦੀ, ਉਹਦਾ ਹਿਸਾਬ ਕਿਤਾਬ ਕਿੱਦਾਂ ਕਰੋਗੇ, ਉਹਦਾ ਅਕਾਊਂਟ ਸੈਟਲ ਕਿੱਦਾਂ ਕਰੋਗੇ. ਨੈਕਸਟ ਇਜ਼ ਦੀ
ਸੈਟਲਮੈਂਟ ਆਫ ਅਕਾਊਂਟ ਇਨ ਕੇਸ ਆਫ ਡਿਸੋਲੂਸ਼ਨ ਆਫ ਦਾ ਫਰਮ ਮੀਨਸ ਕਿ ਤੁਹਾਡੀ ਪਾਰਟਨਰਸ਼ਿਪ ਫਰਮ ਜਿਹੜੀ ਅਗਰ ਡਿਜ਼ੋਲਵ ਹੋ ਜਾਂਦੀ ਆ, ਤੁਸੀਂ ਸੋਚਿਆ ਕਿ ਅਸੀਂ ਪਾਰਟਨਰਸ਼ਿਪ ਫਰਮ ਵਧੀਆ ਰਨ ਨਹੀਂ ਹੋ ਰਹੀ, ਤੈਨੂੰ ਬੰਦ ਕਰ ਦਿੱਤਾ ਜਾਏ, ਸ਼ਟ ਡਾਊਨ ਕਰ ਦਿੱਤਾ ਜਾਏ, ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਫਰਮ ਦੇ ਅਕਾਊਂਟਸ ਕਿੱਦਾਂ ਸੈਟਲ ਕਰੋਗੇ। ਪ੍ਰੋਵੀਜ਼ਨਸ ਰਿਗਾਰਡਿੰਗ ਟੂ ਦਾ ਮੇਨਟੇਨੈਂਸ ਐਂਡ ਆਡਿਟ ਆਫ ਦਾ ਅਕਾਊਂਟ ਮੀਨਸ ਕਈ ਵਾਰੀ ਕੀ ਹੈ ਅਕਾਊਂਟ ਸਾਡੇ ਕ੍ਰੋਸ ਚੈੱਕ ਕਰਨੇ ਹੁੰਦੇ ਆ, ਇੰਸਪੈਕਸ਼ਨ ਕਰਨੀ ਹੁੰਦੀ ਆ, ਮੇਨਟੇਨ ਕਰਨੇ ਪੈਂਦੇ ਆ, ਅਤੇ ਉਹਦੇ ਰਿਲੇਟਿਡ ਕੀ ਪ੍ਰੋਵੀਜ਼ਨਸ ਨੇ ਉਹ ਵੀ ਮੈਂਸ਼ਨ ਕਰੋਗੇ। ਪ੍ਰੋਵੀਜ਼ਨਸ ਆਫ ਆਰਬਿਟ੍ਰੇਸ਼ਨ ਇਨ ਈਵਨ ਆਫ ਦਾ ਡਿਸਪਿਊਟਸ ਮੀਨਸ ਅਗਰ ਦੋ ਪਾਰਟਨਰ ਦੇ ਵਿੱਚ ਆਪਸ ਵਿੱਚ ਬਹਿਸ ਹੋ ਜਾਂਦੀ ਹੈ ਤਾਂ ਉਹ ਕਿੱਦਾਂ ਸੌਟ ਆਊਟ ਕੀਤਾ ਜਾਏਗਾ। ਪ੍ਰੋਵੀਜ਼ਨਸ ਰਿਗਾਰਡਿੰਗ ਬੋਰੋਇੰਗ ਆਫ ਦਾ ਫਰਮ ਅਗਰ ਤੁਹਾਡੇ ਫਰਮ ਦੇ ਵਿੱਚ ਜਿਹੜਾ ਆ ਤੁਹਾਡੇ ਕੋਲ ਆਪਣੇ ਐਸਿਡ ਸਫੀਸ਼ੀਐਂਟ ਨਹੀਂ ਆ, ਤੁਹਾਡੇ ਕੋਲ ਫੰਡ ਨਹੀਂ ਆ, ਤੁਹਾਨੂੰ ਜ਼ਰੂਰਤ ਪੈ ਗਈ ਕਿਸੇ ਤੋਂ ਪੈਸਾ ਬੋਰੋ ਕਰਨ ਦੀ, ਅਤੇ ਉਹਦੇ ਰਿਲੇਟਿਡ ਕੀ ਪ੍ਰੋਵੀਜ਼ਨਸ ਨੇ, ਕਿਹਦੇ ਤੋਂ ਬੋਰੋ ਕਰੋਗੇ, ਕਿੰਨਾ ਬੋਰੋ ਕਰੋਗੇ, ਉਹ ਸਭ ਹੋਣਾ ਚਾਹੀਦਾ ਆ। ਐਂਡ ਦਾ ਲਾਸਟ ਰਾਈਟਸ ਡਿਊਟੀਜ਼ ਐਂਡ ਲਾਇਬਿਲਿਟੀਜ਼ ਆਫ ਦਾ ਪਾਰਟਨਰ ਹਰ ਇੱਕ ਪਾਰਟਨਰ ਦੀ ਕੀ ਰਾਈਟਸ ਨੇ, ਰਾਈਟਸ ਮੀਨਸ ਉਹਦੀਆਂ ਹੱਕ ਕੀ ਆ, ਡਿਊਟੀਜ਼ ਮੀਨਸ ਉਹਦਾ ਟਾਸਕ ਕੀ ਹੈ, ਰਿਸਪੋਂਸਿਬਿਲਿਟੀ ਕੀ ਹੈ, ਕੀ ਕਰਨਾ ਚਾਹੀਦਾ ਹੈ, ਐਂਡ ਲਾਇਬਿਲਿਟੀ ਮੀਨਸ ਕਿ ਕਿੰਨੇ ਲਿਮਿਟ ਤੱਕ ਪਾਰਟਨਰ ਜਿਹੜਾ ਆ ਲਾਇਬਲ ਆ ਕਿਸੇ ਵੀ ਡੈਪਟ ਨੂੰ ਡਿਊ ਨੂੰ ਪੇ ਕਰਨ ਲਈ। ਸੋ ਦਿਸ ਵਾਜ਼ ਦਾ lecture regarding the partnership deed.